Welcome to the platform of English online classes by Pink City. Today we will discuss the question answers of lesson first of supplementary reader of class plus 2 journal English. The name of the lesson is The School for Sympathy and the writer is E.V. Lucas. First of all we will discuss the objective type questions of the lesson. ਇਹ ਇੱਕ ਨੰਬਰ ਦੇ ਕੁਐਸਚਨਸ ਚਾਹੇ ਉਹ MCQ ਫਾਰਮੈਟ ਵਿੱਚ ਚਾਹੇ ਉਹ ਟਰੂ ਫਾਲਸ ਫਾਰਮੈਟ ਵਿੱਚ ਜਾਂ ਫਿਲ ਇਨ ਦਾ ਬਲੈਂਕਸ ਫਾਰਮੈਟ ਵਿੱਚ ਪੇਪਰ ਵਿੱਚ ਪੁੱਛੇ ਜਾਣਗੇ ਸੋ ਲੈਟਸ ਸਟਾਰਟ ਦਾ ਫਸਟ ਕੁਐਸਚਨ ਹੂ ਇਜ਼ ਦਾ ਰਾਈਟਰ ਆਫ ਦਾ ਚੈਪਟਰ ਦਾ ਸਕੂਲ ਫॉर ਸਿੰਪੈਥੀ ਇਸ ਚੈਪਟਰ ਦੇ ਰਾਈਟਰ ਕੌਣ ਹੈ ਲੇਖਕ ਕੌਣ ਹੈ ਦਾ ਆਨਸਰ ਇਜ਼ E.V. Lucas ਇਜ਼ ਦਾ ਰਾਈਟਰ ਆਫ ਦਾ ਚੈਪਟਰ ਦਾ ਸਕੂਲ ਫॉर ਸਿੰਪੈਥੀ ਲੇਖਕ ਦਾ ਨਾਮ ਹੈ E.V. Lucas ਕਮ ਔਨ ਦਾ ਸੈਕਿੰਡ ਕੁਐਸਚਨ ਵਟ ਡਜ਼ ਦਾ ਰਾਈਟਰ ਟੈਲ ਅਸ ਇਨ ਦਿਸ ਸਟੋਰੀ ਇਸ ਕਹਾਣੀ ਵਿੱਚ ਲੇਖਕ ਸਾਨੂੰ ਕੀ ਦੱਸਦਾ ਹੈ The writer tells us about a new type of school in this story. ਇਸ ਕਹਾਣੀ ਵਿੱਚ ਲੇਖਕ ਸਾਨੂੰ ਇੱਕ ਨਵੀਂ ਤਰ੍ਹਾਂ ਦੇ ਸਕੂਲ ਬਾਰੇ ਦੱਸਦਾ ਹੈ A new type of school. ਇੱਕ ਨਵੀਂ ਤਰ੍ਹਾਂ ਦਾ ਸਕੂਲ Next question. What did he see when he entered the school? ਜਦੋਂ ਉਹ ਸਕੂਲ ਵਿੱਚ ਐਂਟਰਡ ਹੋਇਆ ਸਕੂਲ ਵਿੱਚ ਉਹਨੇ ਪ੍ਰਵੇਸ਼ ਕੀਤਾ ਅੰਦਰ ਕਦਮ ਰੱਖਿਆ ਉਹਨੇ ਕੀ ਦੇਖਿਆ He saw a 12-year-old girl. ਉਹਨੇ ਇੱਕ 12 ਸਾਲ ਦੀ ਕੁੜੀ ਦੇਖੀ whose eyes ਜਿਹਦੀਆਂ ਅੱਖਾਂ were covered with a bandage. ਜਿਹਦੀਆਂ ਅੱਖਾਂ ਇੱਕ ਬੈਂਡੇਜ ਨਾਲ ਇੱਕ ਪੱਟੀ ਨਾਲ ਕਵਰ ਕੀਤੀਆਂ ਹੋਈਆਂ ਸੀ Who was guiding the girl? ਉਸ ਲੜਕੀ ਨੂੰ ਗਾਈਡ ਕੌਣ ਕਰ ਰਿਹਾ ਸੀ ਮਾਰਗਦਰਸ਼ਕ ਕੌਣ ਸੀ ਉਹਦਾ A little boy of about 8. A little boy of about 8. ਤਕਰੀਬਨ 8 ਸਾਲ ਦਾ ਬॉय ਇੱਕ ਮੁੰਡਾ ਛੋਟਾ ਮੁੰਡਾ ਉਹਨੂੰ ਗਾਈਡ ਕਰ ਰਿਹਾ ਸੀ A little boy of about 8 was guiding the girl. What was the name of the head girl? Head girl ਦਾ ਕੀ ਨਾਮ ਸੀ Answer is Millie was the name of the head girl. Head girl ਦਾ ਨਾਮ ਮਿਲੀ ਸੀ ਕੁਝ ਕੁਐਸਚਨਸ ਹੁਣ ਆਪਾਂ ਟਰੂ ਫਾਲਸ ਸਟੇਟਮੈਂਟ ਵਾਲੇ ਕਰਾਂਗੇ ਸਟੇਟਮੈਂਟ ਰੀਡ ਕਰਨ ਤੋਂ ਬਾਅਦ ਤੁਹਾਨੂੰ ਇਹ ਦੱਸਣਾ ਹੋਏਗਾ ਕਿ ਇਹ ਟਰੂ ਹੈ ਸਹੀ ਹੈ ਜਾਂ ਫਾਲਸ ਗਲਤ ਹੈ The writer discovered that he had become much more thoughtful than before. ਰਾਈਟਰ ਨੇ ਇਹ ਡਿਸਕਵਰ ਕੀਤਾ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ Then before means ਪਹਿਲਾਂ ਨਾਲੋਂ ਜ਼ਿਆਦਾ ਵਿਚਾਰਵਾਨ ਹੋ ਗਿਆ ਹੈ Answer is true. ਬਿਲਕੁਲ ਸਹੀ ਸਕੂਲ ਵਿਜ਼ਿਟ ਕਰਨ ਤੋਂ ਬਾਅਦ ਉਹ ਪਹਿਲਾਂ ਨਾਲੋਂ ਜ਼ਿਆਦਾ thoughtful ਹੋ ਗਿਆ Next, Miss Beam was walking up and down the terrace with a dark girl. Miss Beam ਇੱਕ dark girl ਨਾਲ terrace ਵਿੱਚ ਆ ਜਾ ਰਹੀ ਸੀ Answer is false. Next is on the lame day an arm was tied up. ਜਿਸ ਦਿਨ ਲੇਮ ਜਾਂ ਲੰਗੜੇ ਬਣਨ ਦਾ ਦਿਨ ਸੀ ਇੱਕ ਆਮ ਨੂੰ ਇੱਕ ਬਾਜੂ ਨੂੰ ਬਾਹ ਨੂੰ ਬੰਨਿਆ ਜਾਂਦਾ ਸੀ Answer false. ਗਲਤ ਉਸ ਦਿਨ ਇੱਕ ਲੈਗ ਨੂੰ ਬੰਨਿਆ ਜਾਂਦਾ ਸੀ Next is the girl said that peeping would be cheating. ਲੜਕੀ ਨੇ ਕਿਹਾ ਕਿ ਪੀਪਿੰਗ ਕਰਨਾ ਝਾਂਕ ਕੇ ਦੇਖਣਾ would be cheating. ਧੋਖਾ ਹੋਵੇਗਾ ਪੀਪਿੰਗ ਕਰਨਾ ਚੀਟਿੰਗ ਹੋਏਗਾ Answer is true. Miss Beam asked the writer to look out of the door. Miss Beam ਨੇ ਲੇਖਕ ਨੂੰ ਕਿਹਾ ਕਿ ਦਰਵਾਜ਼ੇ ਤੋਂ ਬਾਹਰ ਦੇਖੇ to look out of the door. Answer is false. ਇਹ ਗਲਤ ਸਟੇਟਮੈਂਟ ਹੈ ਉਹਨੇ ਉਹਨੂੰ ਦਰਵਾਜ਼ੇ ਤੋਂ ਬਾਹਰ ਦੇਖਣ ਲਈ ਨਹੀਂ ਕਿਹਾ ਸੀ Now we will discuss the short answer type questions. First question is What does the author tell us about Miss Beam? ਲੇਖਕ ਮਿਸ ਬੀਮ ਬਾਰੇ ਸਾਨੂੰ ਕੀ ਦੱਸਦਾ ਹੈ The author tells us that Miss Beam was a middle-aged, authoritative, kind and understanding woman. ਲੇਖਕ ਸਾਨੂੰ ਦੱਸਦਾ ਹੈ ਕਿ ਮਿਸ ਬੀਮ ਇੱਕ ਮਿਡਲ ਏਜ ਦੀ ਅਥਾਰਟੇਟਿਵ ਯਾਨੀ ਕਿ ਫੁੱਲ ਆਫ ਕਮਾਂਡ ਵਾਲੀ ਕਾइंड दयालु और एक अंडरस्टैंडिंग
ਵਾਲੀ ਵੂਮਨ ਸੀ। ਵਟ ਵਾਜ਼ ਦਾ ਰੀਅਲ ਏਮ ਆਫ ਮਿਸ ਬੀਮ ਸਕੂਲ? ਮਿਸ ਬੀਮ ਦੇ ਸਕੂਲ ਦਾ ਰੀਅਲ ਏਮ ਕੀ ਸੀ? ਦ ਰੀਅਲ ਏਮ ਆਫ ਮਿਸ ਬੀਮ ਸਕੂਲ ਵਾਜ਼ ਟੂ ਮੇਕ ਸਟੂਡੈਂਟਸ ਥਾਟਫੁਲ, ਹੈਲਪਫੁਲ ਐਂਡ ਸਿੰਪੈਥੈਟਿਕ ਸਿਟੀਜ਼ਨਸ। ਮਿਸ ਬੀਮ ਦੇ ਸਕੂਲ ਦਾ ਰੀਅਲ ਏਮ ਸਟੂਡੈਂਟਸ ਨੂੰ ਵਿਚਾਰਵਾਨ ਬਣਾਉਣਾ, ਹੈਲਪਫੁਲ ਔਰ ਸਹਾਨੂਭੂਤੀ ਨਾਲ ਭਰੇ ਹੋਏ ਨਾਗਰਿਕ ਬਣਾਉਣਾ ਸੀ। ਵਾਈ ਡਿਡ ਦਾ ਆਥਰ ਫੀਲ ਸੌਰੀ ਫੋਰ ਸਮ ਆਫ ਦਾ ਚਿਲਡਰਨ? ਲੇਖਕ ਕੁਝ ਬੱਚਿਆਂ ਲਈ ਸੌਰੀ ਫੀਲ ਕਰਦਾ ਹੈ, ਕਿਉਂ? ਦ ਆਥਰ ਫੈਲਟ ਸੌਰੀ ਫੋਰ ਸਮ ਆਫ ਦਾ ਚਿਲਡਰਨ ਬਿਕੋਜ਼ ਦੇ ਸੀਮ ਟੂ ਬੀ ਹੈਂਡੀਕੈਪ। ਲੇਖਕ ਉਹਨਾਂ ਬੱਚਿਆਂ ਲਈ ਸੌਰੀ ਫੀਲ ਕਰਦਾ ਹੈ ਕਿਉਂਕਿ ਉਹ ਲੇਖਕ ਨੂੰ ਹੈਂਡੀਕੈਪਡ ਜਾਂ ਅਪੰਗ ਦਿਖਾਈ ਦਿੱਤੇ। ਵਰ ਦਾ ਚਿਲਡਰਨ ਪਲੇਇੰਗ ਇਨ ਦਾ ਗਰਾਊਂਡ ਰੀਅਲੀ ਫਿਜ਼ੀਕਲੀ ਹੈਂਡੀਕੈਪਡ? ਕੀ ਉਹ ਬੱਚੇ ਜੋ ਪਲੇਗਰਾਊਂਡ ਵਿੱਚ ਖੇਲ ਰਹੇ ਸੀ, ਕੀ ਉਹ ਵਾਕਈ ਸ਼ਾਰੀਰਿਕ ਰੂਪ ਨਾਲ ਅਪੰਗ ਸੀ? The answer is no. The children playing in the ground were not really physically handicapped. नहीं, ਉਹ ਬੱਚੇ physically handicapped ਨਹੀਂ ਸੀ। Why were the children acting to be blind, deaf or lame? ਬੱਚੇ blind ਹੋਣ ਦੀ, ਅੰਧੇ ਹੋਣ ਦੀ, ਗੂੰਗੇ ਜਾਂ ਲੰਗੜੇ ਹੋਣ ਦੀ, ਬਹਿਰੇ ਜਾਂ ਲੰਗੜੇ ਹੋਣ ਦੀ ਐਕਟਿੰਗ ਕਿਉਂ ਕਰ ਰਹੇ ਸੀ? The children were acting to be blind, deaf or lame to have a real experience of misfortune. ਉਹ ਇਹ ਐਕਟਿੰਗ ਇਸ ਲਈ ਕਰ ਰਹੇ ਸੀ ਤਾਂ ਕਿ ਉਹਨਾਂ ਨੂੰ ਬਦਕਿਸਮਤੀ ਦਾ ਜਾਂ ਮਿਸਫੋਰਚੂਨ ਦਾ ਰੀਅਲ ਐਕਸਪੀਰੀਅੰਸ ਜਾਂ ਤਜਰਬਾ ਹੋ ਸਕੇ। ਯੂ ਕੈਨ ਫੋਲੋ ਅਸ ਔਨ YouTube, Facebook, Twitter, Instagram and other social media sites and the links are given here. What is the educative value of a blind, deaf or a lame day? Blind day, ਬਹਿਰਾ ਹੋਣਾ, deaf day ਔਰ ਆ ਲੇਮ ਡੇ, ਲੰਗੜੇ ਹੋਣੇ ਵਾਲੇ ਦਿਨ ਦੀ ਐਜੂਕੇਟਿਵ ਵੈਲਿਊ ਕੀ ਸੀ? ਬਾਈ ਦੀਜ਼ ਮੈਥਡਸ, ਇਹਨਾਂ ਤਰੀਕਿਆਂ ਨਾਲ ਦ ਚਿਲਡਰਨ, ਬੱਚੇ ਕਮ ਟੂ ਅੰਡਰਸਟੈਂਡ, ਸਮਝ ਗਏ ਸੀ ਦ ਸਫਰਿੰਗਸ ਆਫ ਦਾ ਹੈਂਡੀਕੈਪ, ਕਿ ਅਪੰਗ ਲੋਕਾਂ ਦੀਆਂ ਸਫਰਿੰਗਸ, ਦੁੱਖ ਦਰਦ ਕੀ ਹੈ, ਐਂਡ ਲਰਨ ਟੂ ਬੀ ਸਿੰਪੈਥੈਟਿਕ ਟੂਵਰਡਸ ਦੈਮ, ਔਰ ਉਹਨਾਂ ਦੇ ਪ੍ਰਤੀ ਉਹ ਸਿੰਪੈਥੈਟਿਕ ਹੋਣਾ ਸਿੱਖ ਗਏ ਸੀ। ਵਿਚ ਡੇ ਵਾਜ਼ ਦਾ ਮੋਸਟ ਡਿਫੀਕਲਟ ਫॉर ਚਿਲਡਰਨ? ਬੱਚਿਆਂ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਦਿਨ ਕਿਹੜਾ ਸੀ? ਦ ਬਲਾਈਂਡ ਡੇ ਵਾਜ਼ ਦਾ ਮੋਸਟ ਡਿਫੀਕਲਟ ਡੇ ਫॉर ਚਿਲਡਰਨ। ਬਲਾਈਂਡ ਡੇ ਬੱਚਿਆਂ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਵਾਲਾ ਦਿਨ ਸੀ। ਹੂ ਡਿਡ ਮਿਸ ਬੀਮ ਲੈਡ ਦਾ ਆਥਰ ਟੂ? ਮਿਸ ਬੀਮ ਆਥਰ ਨੂੰ ਕਿਸ ਦੀ ਤਰਫ ਲੈ ਗਈ? ਮਿਸ ਬੀਮ ਲੈਡ ਦਾ ਆਥਰ ਟੂ ਦ ਗਰਲ। ਮਿਸ ਬੀਮ ਆਥਰ ਨੂੰ, ਲੇਖਕ ਨੂੰ ਉਸ ਲੜਕੀ ਵੱਲ ਲੈ ਗਈ ਹੂਜ਼ ਆਈਜ਼, ਜਿਹਦੀਆਂ ਅੱਖਾਂ ਵਰ ਬੈਂਡੇਜਡ, ਜਿਹਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ। ਹਾਊ ਡਿਡ ਦ ਗਰਲ ਵਿਦ ਦ ਬੈਂਡੇਜਡ ਆਈਜ਼ ਫੀਲ ਔਨ ਹਰ ਬਲਾਈਂਡ ਡੇ? ਉਹ ਲੜਕੀ ਬਲਾਈਂਡ ਡੇ ਵਾਲੇ ਦਿਨ, ਆਪਦੇ ਬਲਾਈਂਡ ਡੇ ਵਾਲੇ ਦਿਨ ਅੱਖਾਂ 'ਤੇ ਪੱਟੀ ਜੋ ਬੰਨ੍ਹਦੀ ਸੀ, ਬੰਨ੍ਹ ਕੇ ਕੀ ਫੀਲ ਕਰਦੀ ਸੀ, ਕੀ ਮਹਿਸੂਸ ਕਰਦੀ ਸੀ? ਦ ਗਰਲ ਵਿਦ ਦ ਬੈਂਡੇਜਡ ਆਈਜ਼ ਫੈਲਟ ਦੈਟ, ਉਹ ਲੜਕੀ ਇਹ ਮਹਿਸੂਸ ਕਰਦੀ ਸੀ ਕਿ ਇਟ ਵਾਜ਼ ਦਾ ਮੋਸਟ ਡਿਫੀਕਲਟ ਡੇ, ਇਹ ਸਭ ਤੋਂ ਜ਼ਿਆਦਾ ਕਠਿਨ ਮੁਸ਼ਕਿਲ ਦਿਨ ਹੈ। ਐਂਡ ਆਲ ਦਾ ਟਾਈਮ, ਪੂਰਾ ਟਾਈਮ ਸ਼ੀ ਫੀਅਰਡ ਦੈਟ, ਉਹਨੂੰ ਇਹ ਡਰ ਲੱਗਿਆ ਰਹਿੰਦਾ ਸੀ ਦੈਟ ਸ਼ੀ ਵਾਜ਼ ਗੋਇੰਗ ਟੂ ਬੀ ਹਿੱਟ ਬਾਈ ਸਮਥਿੰਗ, ਕਿ ਕਦੇ ਉਹ ਕਿਸੇ ਚੀਜ਼ ਨਾਲ ਹਿੱਟ ਨਾ ਕਰ ਜਾਏ ਜਾਂ ਫਿਰ ਟਕਰਾ ਨਾ ਜਾਏ। ਵਟ ਡਜ਼ ਦ ਗਰਲ ਟੈਲ ਦਾ ਆਥਰ ਅਬਾਊਟ ਹਰ ਗਾਈਡਸ? ਲੜਕੀ ਨੇ ਲੇਖਕ ਨੂੰ ਆਪਦੇ ਗਾਈਡਸ ਬਾਰੇ ਕੀ ਦੱਸਿਆ? ਦ ਗਰਲ ਟੈਲਸ ਦਾ ਆਥਰ ਦੈਟ ਦ ਗਾਈਡਸ ਆਰ ਵੈਰੀ ਗੁੱਡ। ਉਸ ਲੜਕੀ ਨੇ ਲੇਖਕ ਨੂੰ ਦੱਸਿਆ ਕਿ ਗਾਈਡਸ ਜੋ ਹੈ ਉਹ ਬਹੁਤ ਚੰਗੇ ਹਨ। ਬਟ ਅਕੋਰਡਿੰਗ ਟੂ ਦ ਗਰਲ ਵਿਦ ਦ ਬੈਂਡੇਜਡ ਆਈਜ਼ ਇਜ਼ ਆਲਮੋਸਟ ਫਨ। ਜਿਸ ਲੜਕੀ ਦੀ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ, ਉਸ ਲੜਕੀ ਦੇ ਅਨੁਸਾਰ ਕੀ ਚੀਜ਼ ਜੋ ਹੈ ਆਲਮੋਸਟ ਫਨ ਹੈ, ਮਜ਼ੇ ਵਾਲੀ ਹੈ। ਅਕੋਰਡਿੰਗ ਟੂ ਦ ਗਰਲ, ਉਸ ਲੜਕੀ ਦੇ ਅਨੁਸਾਰ ਹੈਵਿੰਗ ਅ ਲੈਗ ਟਾਈਡ ਅਪ, ਇੱਕ ਲੈਗ ਨੂੰ ਬੰਨ੍ਹ ਦੇਣਾ, ਐਂਡ ਹੌਪਿੰਗ ਅਬਾਊਟ ਅ ਕਰਚ ਇਜ਼ ਆਲਮੋਸਟ ਫਨ, ਇੱਕ ਵੈਸਾਖੀ ਫੜ ਕੇ ਹੌਪਿੰਗ ਕਰਨਾ, ਜੋ ਫੁਦਕਤੇ ਜਾਣਾ, ਇਹ ਲਗਭਗ ਇੱਕ ਫਨ ਦੀ ਤਰ੍ਹਾਂ ਹੈ, ਮਜ਼ੇ ਦੀ ਤਰ੍ਹਾਂ ਹੈ। ਵਾਈ ਡਜ਼ ਦ ਗਰਲ ਵਿਦ ਦ ਬੈਂਡੇਜ ਆਈਜ਼ ਸੇ ਦੈਟ ਹਰ ਹੈਡ ਐਕਸ ਆਲ ਦਾ ਟਾਈਮ ਔਨ ਹਰ ਬਲਾਈਂਡ ਡੇ? ਜੋ ਲੜਕੀ ਜਿਹਦੀ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ, ਉਹ ਇਹ ਕਿਉਂ ਕਹਿੰਦੀ ਹੈ ਕਿ ਜਦੋਂ ਬਲਾਈਂਡ ਡੇ ਹੁੰਦਾ ਉਸ ਦਿਨ ਸਾਰਾ ਟਾਈਮ ਉਹਦੇ ਸਿਰ ਵਿੱਚ ਦਰਦ ਕਿਉਂ ਰਹਿੰਦਾ ਹੈ? ਦ ਗਰਲ ਵਿਦ ਦ ਬੈਂਡੇਜਡ ਆਈਜ਼ ਸੇਜ਼ ਦੈਟ, ਉਹ ਕੁੜੀ ਇੱਦਾਂ ਇਸ ਲਈ ਕਹਿੰਦੀ ਹੈ ਹਰ ਹੈਡ ਐਕਸ, ਉਹਦੇ ਸਿਰ ਵਿੱਚ ਦਰਦ ਹੁੰਦਾ ਹੈ ਆਲ ਦਾ ਟਾਈਮ, ਸਾਰਾ ਟਾਈਮ, ਜਸਟ ਫਰੋਮ ਡੋਜਿੰਗ ਥਿੰਗਸ ਦੈਟ ਆਰ ਨੋਟ ਦੇਅਰ, ਕਿਉਂਕਿ ਉਹ ਐਜ਼ਿਊਮ ਕਰਕੇ ਚੱਲਦੀ ਹੈ, ਮੰਨ ਕੇ ਚੱਲਦੀ ਹੈ ਕਿ ਜੋ ਚੀਜ਼ਾਂ ਨਹੀਂ ਹੈ ਸ਼ਾਇਦ ਉਹ ਉਹਨਾਂ ਨਾਲ ਟਕਰਾ ਨਾ ਜਾਏ, ਇਸ ਕਰਕੇ ਉਹਦਾ ਸਾਰਾ ਦਿਨ ਸਿਰ ਵਿੱਚ ਦਰਦ ਰਹਿੰਦਾ ਹੈ।
What does the girl with the bandaged eyes tell the author about the head girl? ਜਿਹੜੀ ਕੁੜੀ ਦੀ ਅੱਖਾਂ ਤੇ ਪੱਟੀ ਬੰਨੀ ਸੀ ਉਹਨੇ ਲੇਖਕ ਨੂੰ ਹੈਡ ਗਰਲ ਬਾਰੇ ਕੀ ਦੱਸਿਆ? The girl with the bandaged eyes tells the author that ਉਸ ਕੁੜੀ ਨੇ ਲੇਖਕ ਨੂੰ ਹੈਡ ਗਰਲ ਬਾਰੇ ਕੀ ਦੱਸਿਆ? That the head girl is very decent, ਕਿ ਜੋ ਹੈਡ ਗਰਲ ਹੈ ਉਹ ਬਹੁਤ ਹੀ ਜ਼ਿਆਦਾ ਡੀਸੈਂਟ ਹੈ, ਬਹੁਤ ਹੀ ਜ਼ਿਆਦਾ ਸ਼ਾਨਦਾਰ ਸੁਭਾਅ ਵਾਲੀ, ਬਹੁਤ ਹੀ ਵਧੀਆ ਕੁੜੀ ਹੈ। What does the girl with the bandaged eyes say about the gardener? ਜਿਹਦੀ ਅੱਖਾਂ ਤੇ ਪੱਟੀ ਬੰਨੀ ਸੀ ਉਸ ਕੁੜੀ ਨੇ ਮਾਲੀ ਬਾਰੇ ਕੀ ਕਿਹਾ? The girl with the bandaged eyes says that the gardener is hundreds of years old. ਉਹਨੇ ਦੱਸਿਆ ਕਿ ਜੋ ਮਾਲੀ ਹੈ ਉਹ ਲਗਭਗ 100 ਸਾਲਾਂ ਦਾ ਹੈ। What does Miss Beam think that there was something in her system? ਮਿਸ ਬੀਮ ਇਹ ਕਿਉਂ ਸੋਚਦੀ ਹੈ ਕਿ ਉਹਦੇ ਸਿਸਟਮ ਵਿੱਚ ਕੁਝ ਚੀਜ਼ ਤਾਂ ਹੈ? ਕੀ ਚੀਜ਼ ਜੋ ਹੈ ਸਿਸਟਮ ਵਿੱਚ ਜੋ ਮਿਸ ਬੀਮ ਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ? ਦ ਆਥਰ ਵਾਜ਼ ਇੰਪ੍ਰੈਸਡ ਬਾਈ ਦ ਓਰੀਜਨੈਲਿਟੀ ਆਫ ਮਿਸ ਬੀਮ ਸਕੂਲ। ਜੋ ਲੇਖਕ ਸੀ ਉਹ ਮਿਸ ਬੀਮ ਦੇ ਸਕੂਲ ਦੀ ਓਰੀਜਨੈਲਿਟੀ, ਮੌਲਿਕਤਾ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ, ਇੰਪ੍ਰੈਸਡ ਹੋ ਗਿਆ। ਸੋ ਸ਼ੀ ਥੋਟ ਦੈਟ, ਇਸ ਲਈ ਉਸਨੇ ਸੋਚਿਆ ਕਿ ਦੈਟ ਦੇਅਰ ਵਾਜ਼ ਸਮਥਿੰਗ ਇਨ ਹਰ ਸਿਸਟਮ, ਕਿ ਉਹਦੇ ਸਿਸਟਮ ਵਿੱਚ ਕੁਝ ਚੀਜ਼ ਤਾਂ ਹੈ। ਬਿਕੋਜ਼ ਹਰ ਸਕੂਲ ਹੈਡ ਟੌਟ ਦਾ ਆਥਰ, ਕਿਉਂਕਿ ਉਹਦੇ ਸਕੂਲ ਨੇ ਲੇਖਕ ਨੂੰ ਇਹ ਸਿਖਾਇਆ ਕਿ ਟੂ ਸ਼ੇਅਰ ਦਾ ਸੋਰੋਜ਼ ਆਫ ਅਦਰਸ, ਕਿ ਸਾਨੂੰ ਦੂਸਰਿਆਂ ਦੀ ਦੁੱਖ ਦਰਦ ਤਕਲੀਫ ਨੂੰ ਸ਼ੇਅਰ ਕਰਨਾ ਚਾਹੀਦਾ ਹੈ, ਵੰਡੋਣਾ ਚਾਹੀਦਾ ਹੈ। ਨਾਓ ਕਮ ਔਨ ਦਾ ਲੌਂਗ ਆਂਸਰ ਟਾਈਪ ਕੁਐਸਚਨਸ। ਦਾ ਫਸਟ ਕੁਐਸਚਨ ਇਜ਼ give brief character sketch of Miss Beam. Miss Beam is the main character of the story. Miss Beam, the School for Sympathy ਕਹਾਣੀ ਦੀ main character ਮੁੱਖ ਪਾਤਰ ਹੈ। It is written by E.V. Lucas. ਇਹ ਕਹਾਣੀ E.V. Lucas ਦੁਆਰਾ ਲਿਖੀ ਗਈ ਹੈ। Miss Beam was middle aged. Miss Beam was middle aged यानी कि अधेड़ उम्र की औरत। काइंड हार्टिड, बहुत ही दयालु हृदय वाली औरत। अथॉरिटेटिव मीन्स हु हैव फुल कमांड। एंड फुल ऑफ अंडरस्टैंडिंग, और पूरी सूझबूझ नाल भरी हुई औरत सी, पूरी सूझवान औरत सी। मिडल एज्ड, काइंड हार्टिड, अथॉरिटेटिव एंड फुल ऑफ अंडरस्टैंडिंग। So remember the points. Main character of the story, middle-aged, kind-hearted, authoritative and full of understanding. She started a new type of school. ਉਹਨੇ ਇੱਕ ਨਈ ਤਰ੍ਹਾਂ ਦਾ ਸਕੂਲ ਸ਼ੁਰੂ ਕੀਤਾ। Here the students were given the education of humanity and citizenship. Here means as ਸਕੂਲ ਵਿੱਚ ਦ ਸਟੂਡੈਂਟਸ, ਜੋ ਸਟੂਡੈਂਟ ਸੀ ਉਹਨਾਂ ਨੂੰ ਮਾਨਵਤਾ ਦੀ, ਹਿਊਮੈਨਿਟੀ ਐਂਡ ਸਿਟੀਜ਼ਨਸ਼ਿਪ, ਨਾਗਰਿਕ, ਚੰਗੇ ਨਾਗਰਿਕ ਬਣਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਅਲੋਂਗ ਵਿਦ ਐਜੂਕੇਸ਼ਨ ਦੇ ਨਾਲ ਨਾਲ, ਸਿੱਖਿਆ ਦੇ ਨਾਲ ਨਾਲ ਇੰਪੋਰਟੈਂਟ ਸਕੂਲ ਸਬਜੈਕਟਸ, ਜੋ ਇੰਪੋਰਟੈਂਟ ਸਕੂਲ ਦੇ ਸਬਜੈਕਟ ਸੀ ਉਹ ਵੀ ਸਿਖਾਏ ਜਾਂ ਪੜ੍ਹਾਏ ਜਾਂਦੇ ਸੀ। ਇੱਕ ਨਿਊ ਟਾਈਪ ਦਾ ਸਕੂਲ ਸਟਾਰਟ ਕੀਤਾ ਔਰ ਉੱਥੇ ਬੱਚਿਆਂ ਨੂੰ ਐਜੂਕੇਸ਼ਨ ਕਿਸ ਟਾਈਪ ਦੀ ਦਿੱਤੀ ਜਾਂਦੀ ਸੀ ਇਹ ਦੱਸਿਆ ਗਿਆ। ਦ ਰੀਅਲ ਏਮ ਆਫ ਮਿਸ ਬੀਮ ਸਕੂਲ ਵਾਜ਼ ਟੂ ਮੇਕ ਸਟੂਡੈਂਟਸ ਥਾਟਫੁਲ, ਹੈਲਪਫੁਲ ਐਂਡ ਸਿੰਪੈਥੈਟਿਕ ਸਿਟੀਜ਼ਨਸ। ਮਿਸ ਬੀਮ ਦੇ ਸਕੂਲ ਦਾ ਰੀਅਲ ਏਮ ਯਾਨੀ ਕਿ ਮੁੱਖ ਉਦੇਸ਼ ਉਹ ਕੀ ਸੀ? ਟੂ ਮੇਕ ਸਟੂਡੈਂਟਸ, ਉਹਨਾਂ ਨੇ ਬੱਚਿਆਂ ਨੂੰ ਬਣਾਉਣਾ ਸੀ ਥਾਟਫੁਲ, ਵਿਚਾਰਸ਼ੀਲ, ਹੈਲਪਫੁਲ, ਮਦਦਗਾਰ ਐਂਡ ਅਤੇ ਸਿੰਪੈਥੈਟਿਕ ਸਿਟੀਜ਼ਨਸ, ਸਹਾਨੂਭੂਤੀ ਨਾਲ ਭਰੇ ਹੋਏ ਨਾਗਰਿਕ ਬਣਾਉਣਾ ਸੀ। ਰੀਅਲ ਏਮ ਆਫ ਮਿਸ ਬੀਮ ਸਕੂਲ ਵਾਜ਼ ਟੂ ਮੇਕ ਸਟੂਡੈਂਟਸ ਥਾਟਫੁਲ, ਹੈਲਪਫੁਲ ਐਂਡ sympathetic citizens. Every child in her school had one blind, maimed, deaf, lame and dumb day. 5 days. ਉਹਨਾਂ ਦੇ ਸਕੂਲ ਵਿੱਚ ਹਰ ਇੱਕ ਬੱਚੇ ਦਾ ਇੱਕ ਦਿਨ ਬਲਾਈਂਡ ਬਣਨਾ ਪੈਂਦਾ ਸੀ, ਯਾਨੀ ਕਿ ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਅੰਨਾ ਹੋਣਾ,
ਮੇਮਡ ਹੈਂਡੀਕੈਪਡ ਹੋਣਾ, ਡੈਫ ਬਹਿਰਾ ਹੋਣਾ ਜਿਹਨੂੰ ਕੁਝ ਸੁਣਦਾ ਨਹੀਂ, ਲੇਮ ਲੰਗੜਾ ਹੋਣਾ, ਐਂਟ ਔਰ ਡਮ ਡੇ ਗੂੰਗਾ ਹੋਣਾ। ਇਹ 5 ਦਿਨ ਹਰ ਬੱਚੇ ਨੂੰ ਰੋਲ ਪਲੇ ਕਰਨਾ ਪੈਂਦਾ ਸੀ ਟੂ ਹੈਵ ਅ ਰੀਅਲ ਐਕਸਪੀਰੀਅੰਸ ਆਫ ਮਿਸਫੋਰਚੂਨ, ਤਾਂ ਕਿ ਉਹ ਮਿਸਫੋਰਚੂਨ ਜੋ ਬਦਕਿਸਮਤੀ ਹੁੰਦੀ ਹੈ ਉਹਦਾ ਇੱਕ ਰੀਅਲ ਐਕਸਪੀਰੀਅੰਸ ਉਹਨਾਂ ਨੂੰ ਹੋ ਸਕੇ, ਇੱਕ ਰੀਅਲ ਤਜਰਬਾ ਹੋ ਸਕੇ। ਸ਼ੀ ਵਾਜ਼ ਅ ਪ੍ਰੈਕਟੀਕਲ ਲੇਡੀ, ਉਹ ਇੱਕ ਵਿਵਹਾਰਿਕ ਲੇਡੀ ਸੀ, ਪ੍ਰੈਕਟੀਕਲ ਕਾਈਂਡ ਆਫ ਲੇਡੀ। ਦ ਆਥਰ ਵਾਜ਼ ਇੰਪ੍ਰੈਸਡ, ਜੋ ਲੇਖਕ ਸੀ ਉਹ ਬੜਾ ਪ੍ਰਭਾਵਿਤ ਹੋਇਆ ਬਾਈ ਦ ਓਰੀਜਨੈਲਿਟੀ ਆਫ ਮਿਸ ਬੀਮ ਸਕੂਲ, ਉਹ ਮਿਸ ਬੀਮ ਦੇ ਸਕੂਲ ਦੀ ਮੌਲਿਕਤਾ ਨੂੰ, ਓਰੀਜਨੈਲਿਟੀ ਨੂੰ ਦੇਖ ਕੇ ਬੜਾ ਇੰਪ੍ਰੈਸ ਹੋਇਆ। ਹਰ ਸਕੂਲ ਹੈਡ ਟਾਟ ਦ ਆਥਰ ਟੂ ਸ਼ੇਅਰ ਦ ਸੋਰੋਜ਼ ਆਫ ਅਦਰਸ, ਮਿਸ ਬੀਮ ਦੇ ਸਕੂਲ ਨੇ ਲੇਖਕ ਨੂੰ ਇਹ ਸਿਖਾਇਆ ਕਿ ਦੂਸਰੇ ਦੇ ਦੁੱਖ ਗਮ ਕੀ ਹੁੰਦੇ ਆ, ਉਹਨਾਂ ਨੂੰ ਸ਼ੇਅਰ ਕਿਵੇਂ ਕੀਤਾ ਜਾਂਦਾ ਹੈ, ਇਹ ਸਭ ਕੁਝ ਸਿਖਾਇਆ। ਇਨ ਸ਼ਾਰਟ, ਸੰਖੇਪ ਵਿੱਚ, ਵੀ ਕੈਨ ਸੇ ਦੈਟ, ਅਸੀਂ ਕਹਿ ਸਕਦੇ ਹਾਂ ਕਿ ਸ਼ੀ ਵਾਜ਼ ਅ ਵੈਰੀ ਇਮੈਜੀਨੇਟਿਵ ਲੇਡੀ, ਉਹ ਇੱਕ ਬਹੁਤ ਹੀ ਇਮੈਜੀਨੇਟਿਵ ਕਾਲਪਨਿਕ ਲੇਡੀ ਸੀ। ਸ਼ੀ ਇਜ਼ ਐਨ ਇੰਸਪਾਇਰਿੰਗ ਕਰੈਕਟਰ ਫॉर ਅਸ, ਉਹ ਸਾਡੇ ਲਈ ਇੱਕ ਬੜੀ ਹੀ ਪ੍ਰੇਰਨਾਦਾਇਕ ਪਾਤਰ ਵੀ ਹੈ। ਸੋ we are going to repeat the question again. Miss Beam is the main character of the story. The name of the story is The School for Sympathy. Miss Beam is the main character of the story, The School for Sympathy. It's written by E.V. Lucas. Miss Beam was middle-aged, kind-hearted, authoritative and full of understanding. She started a new type of school. Here the students were given the education of humanity and citizenship along with the important school subject. The real aim of Miss Beam's school was to make students thoughtful, helpful, and sympathetic citizens. Every child in her school had one blind, maimed, deaf, lame, and dumb day, 5 days, to have a real experience of misfortune. She was a practical lady. The author was impressed by the originality of Miss Beam's school. Her school had taught the author to share the sorrows of others. In short, we can say that she was a very imaginative lady. She is an inspiring character for us. Now, come on the next question. What is the theme of the lesson, The School for Sympathy? ਇਸ ਲੈਸਨ ਦਾ ਮੁੱਖ ਭਾਵ, ਕੇਂਦਰੀ ਭਾਵ ਕੀ ਹੈ? The School for Sympathy is written by E.V. Lucas. ਇਹ ਲੈਸਨ E.V. Lucas ਦੁਆਰਾ ਲਿਖਿਆ ਗਿਆ ਹੈ। The lesson is based on the idea, ਇਹ ਲੈਸਨ ਇਸ ਵਿਚਾਰ 'ਤੇ ਆਧਾਰਿਤ ਹੈ that ਕਿ formal education is not enough, ਔਪਚਾਰਿਕ ਸਿੱਖਿਆ ਹੀ ਕੇਵਲ ਪ੍ਰਾਪਤ ਨਹੀਂ ਹੈ। It is not sufficient, it is not enough, it should give something more. ਆਪਣੀ ਸਿੱਖਿਆ ਪ੍ਰਣਾਲੀ ਨੂੰ ਜਾਂ ਆਪਣੀ ਸਿੱਖਿਆ ਨੂੰ ਕੁਝ ਜ਼ਿਆਦਾ ਵੀ ਦੇਣਾ ਚਾਹੀਦਾ ਹੈ। ਦ ਰੀਅਲ ਏਮ ਆਫ ਮਿਸ ਬੀਮ ਸਕੂਲ, ਜੋ ਰੀਅਲ ਏਮ ਮਿਸ ਬੀਮ ਦੇ ਸਕੂਲ ਦੀ ਸੀ, ਦ ਰੀਅਲ ਏਮ ਆਫ ਮਿਸ ਬੀਮਸ ਨਿਊ ਟਾਈਪ ਆਫ ਸਕੂਲ, ਜੋ ਨਵੇਂ ਟਾਈਪ ਦੇ ਸਕੂਲ ਦੀ ਰੀਅਲ ਏਮ ਸੀ, ਮੁੱਖ ਉਦੇਸ਼ ਸੀ, ਵਾਜ਼ ਟੂ ਮੇਕ ਸਟੂਡੈਂਟਸ ਥਾਟਫੁਲ, ਹੈਲਪਫੁਲ ਐਂਡ ਸਿੰਪੈਥੈਟਿਕ ਸਿਟੀਜ਼ਨਸ। ਉਹਨਾਂ ਦਾ ਮੁੱਖ ਉਦੇਸ਼ ਸਟੂਡੈਂਟਸ ਨੂੰ ਥਾਟਫੁਲ, ਹੈਲਪਫੁਲ ਔਰ ਸਿੰਪੈਥੈਟਿਕ ਸਿਟੀਜ਼ਨ ਬਣਾਉਣਾ ਸੀ। Every child in her school had one blind, maimed, deaf, lame and dumb day. ਉਹਨਾਂ ਦੇ ਸਕੂਲ ਵਿੱਚ ਹਰ ਇੱਕ ਬੱਚੇ ਲਈ 5 days blind day, maimed day, deaf, lame and dumb day ਹੁੰਦਾ ਸੀ to have a real experience of misfortune, ਤਾਂ ਕਿ ਬਦਕਿਸਮਤੀ ਦਾ ਇੱਕ ਰੀਅਲ ਤਜਰਬਾ ਉਹਨਾਂ ਨੂੰ ਹੋ ਸਕੇ। Other children were advised, ਦੂਜੇ ਬੱਚਿਆਂ ਨੂੰ ਸਲਾਹ ਦਿੱਤੀ ਜਾਂਦੀ ਸੀ to help them, ਕਿ ਉਹ ਉਹਨਾਂ ਬੱਚਿਆਂ ਦੀ ਹੈਲਪ ਕਰਨ ਜੋ ਰੋਲ ਪਲੇ ਕਰ ਰਹੇ ਸੀ, ਐਂਡ ਲੀਡ ਦੈਮ ਆਊਟ, ਔਰ ਉਹਨਾਂ ਨੂੰ ਲੀਡ ਕਰਨ। ਥਸ ਇਸ ਤਰ੍ਹਾਂ ਦੇ ਟੇਸਟ ਦਾ ਮਿਸਫੋਰਚੂਨ, ਉਹ ਮਿਸਫੋਰਚੂਨ ਨੂੰ ਵੀ ਟੇਸਟ ਕਰਦੇ ਸੀ ਕਿ ਬਦਕਿਸਮਤੀ ਕੀ ਹੁੰਦੀ ਹੈ। ਐਜ਼ ਅ ਰਿਜ਼ਲਟ, ਉਹਦੇ ਦਾ ਪਰਿਣਾਮ ਕੀ ਨਿਕਲਦਾ ਸੀ, ਕੀ ਰਿਜ਼ਲਟ ਨਿਕਲਦਾ ਸੀ? ਦੇ ਲਰਨ ਟੂ ਬੀ ਕਾਈਂਡ ਟੂਵਰਡਸ ਡਿਸੇਬਲਡ ਪੀਪਲ, ਉਹ ਡਿਸਏਬਲਡ ਜਾਂ ਅਪੰਗ ਲੋਕਾਂ ਲਈ ਕਾਈਂਡ ਹੋ ਜਾਂਦੇ ਸੀ, ਦਿਆਲੂ ਹੋ ਜਾਂਦੇ ਸੀ, ਉਹ ਇਹ ਚੀਜ਼ ਸਿੱਖ ਜਾਂਦੇ ਸੀ।
The author was impressed by the originality of Miss Beam School. Author Miss Beam ਦੇ ਸਕੂਲ ਦੀ originality ਤੋਂ ਬੜਾ ਪ੍ਰਭਾਵਿਤ ਹੋਇਆ. Miss Beam is an inspiring character for us. Miss Beam ਸਾਡੇ ਲਈ ਇੱਕ ਪ੍ਰੇਰਨਾਦਾਇਕ ਪਾਤਰ ਹੈ. ਇੱਕ ਵਾਰੀ ਆਪਾਂ ਰਿਵਾਈਜ਼ ਕਰਦੇ ਹਾਂ ਸੈਕਿੰਡ ਕੁਐਸਚਨ. The School for Sympathy is written by E.V. Lucas. The lesson is based on the idea that formal education is not enough. It should give something more. The real aim of Miss Beam's new type of school was to make students thoughtful, helpful, and sympathetic citizens. Every child in her school had one blind, maimed, deaf, lame, and dumb day to have a real experience of misfortune. Other children were advised to help them, lead them out. Thus, they taste the misfortune. As a result, they learn to be kind towards disabled people. The author was impressed by the originality of Miss Beam's school. Miss Beam is an inspiring character for us. Now check yourself. There is an assignment for you based on the questions already discussed in this video. So all the best. Let's start the test. You can answer the questions by typing in the comment box. First question is, what was the name of the head girl? The second question is, of true false? The girl said that peeping would be cheating. Third question, what was the real aim of Miss Beam's school? Fourth question, how did the girl with the bandaged eye feel on her blind day? Question number 5, what does the girl with the bandaged eyes tell the author about the head girl? Question number 6 and last question, give a brief character sketch of Miss Beam. Now you can type the answers of this question in comment box. Thank you. Have a nice day. Like, share and subscribe the channel English Online Classes by Pink Sethi and press the bell icon to get the latest notification on the channel. Thanks again.